ਤੁਸੀਂ ਸੁਣਨ ਜਾ ਰਹੇ ਹੋ ਮੇਰਾ ਰੂਸੀ ਸਫ਼ਰਨਾਮਾ ਬਲਰਾਜ ਸਾਹਨੀ ਜੀ ਦਾ। ਬਾਹਰ ਆ ਕੇ ਸੜਕ ਪਾਰ ਕਰਦਿਆਂ ਅਤੇ ਮੋਟਰ ਵਿੱਚ ਬੈਠਦਿਆਂ ਤੀਕਰ ਸਰਦੀ ਨਾਲ ਫੇਰ ਕੰਗਾ ਹੋ ਗਿਆ। ਹੁਣ ਨਿੱਕੀ ਨਿੱਕੀ बर्फ़ ਦੀ बूंद भी पै रही सी। अब हम कहाँ जा रहे हैं कबूतर भैया? ज्ञानी जी ने पूछा। अब तो जी होटल जा रहे हैं। पहले अंदाज़ा था कि डिनर से पहले आप थोड़ा आराम कर सकेंगे, मगर मीटिंग से तो देर से फारिग हुए हैं और जिन साहब से आप अभी मुलाकात करके आए हैं वो तो आपके साथ ही खाना खाने के लिए आ रहे हैं। इसलिए मेरा ख्याल है कि हमको सीधा डाइनिंग रूम में ही जाना पड़ेगा। वो क्यों तकलीफ़ कर रहे हैं आने की? क्योंकि आप उनके मेहमान हैं। हमारे होटल में आ रहे हैं, फिर तो वो हमारे मेहमान हुए, हम उनके मेहमान कैसे हुए? ज्ञानी जी ने हंस के ते मेरे वाल अख मार के कहा, होटल में भी आप हमारे ही मेहमान हैं। ग्लोफेब ने गंभीरता नाल जवाब दिता। अच्छा तो कबूतर भैया, होटल पहुंचकर हमारा एक काम कर दोगे? फरमाइए। ज़रा फ़ोन करके मुझे इंडियन एम्बेसडर से मिलवा देना, मुझे उनसे अपॉइंटमेंट लेनी है। इस वक्त तो टेलीफोन नहीं हो सकता जी, उनका दफ्तर बंद हो चुका है। नहीं, दफ्तर में तो इस वक्त वो होंगे भी नहीं, फ़ोन तो उनके घर करना पड़ेगा। घर का नंबर तो मेरे पास नहीं है। डायरेक्टरी में तो होगा ना? वो तो मुझे मालूम नहीं है। डायरेक्टरी में क्यों नहीं होगा? होटल में आप चलकर देख लेना। अच्छी बात है, कोशिश करूँगा। इंज लग्या कि ਉਹ ਉਹਨਾਂ ਨੂੰ ਟਾਲ ਰਿਹਾ ਹੈ। ਬੜਾ ਥੱਕਿਆ ਥੱਕਿਆ ਪਿਆ ਜਾਪਦਾ ਸੀ ਗਲੋਫੇਬ। ਵਾਪਸ ਪੁੱਜ ਕੇ ਵੇਖਿਆ ਹੋਟਲ ਦਿਨ ਦੀ ਨਿਸਬਤ ਖੂਬ ਜਗਮਗ ਕਰ ਰਿਹਾ ਸੀ। ਸੰਗਮਰਮਰ ਦੇ ਫਰਸ਼ਾਂ ਅਤੇ ਦੀਵਾਰ ਉੱਪਰ ਛੱਤ ਨਾਲ ਲਟਕੇ ਹੋਏ ਬੇਸ਼ਕੀਮਤ ਬਲੌਰੀ ਸ਼ੈਡਲੀਅਰਾਂ ਦੀ ਰੌਸ਼ਨੀ ਅਜੀਬ ਦੋਦਲੀ ਆਭਾ ਪੈਦਾ ਕਰ ਰਹੀ ਸੀ। ज्ञानी जी ने ग्लोफेब तो पूछा, ये होटल कब बना? इनकलाब के बाद, ਉਹਨੇ ਜਵਾਬ ਦਿੱਤਾ। ਮੈਨੂੰ ਚੁੱਭਿਆ। ਸਿੱਧਾ ਇਹ ਕਿਉਂ ਨਾ ਕਿਹਾ ਕਿ ਉਸਨੇ ਕਿ ਹੋਟਲ ਨੂੰ ਬਣਿਆ 7 ਸਾਲ ਹੋਏ ਹਨ। ਇਤਨਾ ਛਿਪਾ ਕੇ ਜਵਾਬ ਦੇਣ ਦੀ ਕੀ ਲੋੜ ਸੀ? ਫਿਰ ਡਿਨਰ ਤੇ ਵੀ ਦੋ ਇੱਕ ਮੂਡ ਖਰਾਬ ਕਰਨ ਵਾਲੀਆਂ ਗੱਲਾਂ ਵਾਪਰ ਗਈਆਂ। ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਸੋਵੀਅਤ ਹਿੰਦ ਦੋਸਤੀ ਸ਼ਾਖਾ ਦੇ ਸਕੱਤਰ ਬੈਦਾਕੌਫ ਨੇ ਕਿਹਾ, ਮਿਸਟਰ ਸਾਨੀ, ਅੰਗੂਰੀ ਸ਼ਰਾਬ ਲਓਗੇ ਥੋੜੀ? ਇੱਕ ਤਾਂ ਮੇਰੇ ਹੱਡਾਂ ਵਿੱਚ ਸਰਦੀ ਹਾਲੇ ਵੀ ਵੜੀ ਹੋਈ ਸੀ, ਦੂਜੇ ਅੱਜ ਪਹਿਲੀ ਵਾਰ ਇੱਕ ਰੂਸੀ ਮੇਜ਼ਬਾਨੀ ਵੇਲੇ ਸ਼ਰਾਬ ਖੁਦ ਬਖੁਦ ਮੇਜ਼ ਉੱਪਰ ਨਹੀਂ ਸੀ ਆਈ, ਸਗੋਂ ਪੁੱਛਿਆ ਜਾ ਰਿਹਾ ਸੀ। ਮੈਂ ਕਿਹਾ, ਸ਼ਰਾਬ ਨਾ ਸਹੀ, ਪਰ ਮੈਂ ਥੋੜਾ ਵੋਡਕਾ ਜ਼ਰੂਰ ਚਾਹਾਂਗਾ ਤਾਂ ਜੇ ਮਾਸਕੋ ਆਉਣ ਦਾ ਪੂਰਾ ਯਕੀਨ ਹੋ ਜਾਏ। ਮੇਰੀ ਗੱਲ ਦਾ ਉਹਨਾਂ ਨੂੰ ਧੱਕਾ ਜਿਹਾ ਵੱਜਦਾ ਜਾਪਿਆ, ਜਿਵੇਂ ਪਹਿਲਾਂ ਤੋਂ ਸ਼ੱਕ ਹੋਵੇ ਕਿ ਪਿਆਕਾਂ ਦੀ ਇੱਕ ਹੋਰ ਟੋਲੀ ਆ ਗਈ ਹਿੰਦੁਸਤਾਨੋਂ, ਆਪਣੇ ਮੁਲਕ ਹੋਈ ਦਾਰੂਬੰਦੀ ਦੀ ਕਸਰ ਬਾਹਰ ਆ ਕੇ ਕੱਢਣ ਵਾਲੇ। ਕਿਸਮਤ ਨਾਲ ਗਿਆਨੀ ਜੀ ਅਤੇ ਦਾਤਾਰ ਦੋਵੇਂ ਸੂਫੀ ਸਨ। ਲੀਡਰ ਪਿਆਕ ਭਾਵੇਂ ਹੋਵੇ ਡੈਲੀਗੇਸ਼ਨ ਪਿਆਕਾ ਦਾ ਨਹੀਂ ਸੀ। ਮੇਰੇ ਅਤੇ ਗੋਪਾਲਨ ਲਈ ਵੋਦਕਾ ਆ ਗਈ, ਪਰ ਹੋਰ ਕਿਸੇ ਨੇ ਆਰਡਰ ਨਹੀਂ ਦਿੱਤਾ। ਮੈਂ ਬੈਦਾਕੌਫ ਨੂੰ ਕਿਹਾ, ਕਿਉਂ ਤੁਸੀਂ ਨਹੀਂ ਪੀਓਗੇ? ਨਹੀਂ, ਮੈਂ ਮੋਟਰ ਚਲਾਣੀ ਹੈ ਬਾਅਦ ਵਿੱਚ। ਤਾਂ ਕੀ ਹੋਇਆ? ਥੋੜੀ ਜਿਹੀ ਪੀਣ ਵਿੱਚ ਕੀ ਹਰਜ ਹੈ? ਨਹੀਂ, ਮੋਟਰ ਚਲਾਉਣ ਵਾਲੇ ਨੂੰ ਪੀਣ ਦਾ ਹੁਕਮ ਨਹੀਂ ਹੁੰਦਾ। ਮੈਨੂੰ ਬਹਾਨਾ ਜਾਪਿਆ। ਦਿਲ ਕੀਤਾ ਆਪਣਾ ਵੀ ਗਲਾਸ ਅਣਪੀਤਾ ਛੱਡ ਦਿਆਂ, ਪਰ ਸਰੀਰ ਨੂੰ ਗਰਮਾਇਸ਼ ਦੀ ਅਤੇ ਥਕੇ ਹੋਏ ਦਿਮਾਗ ਨੂੰ ਉਕਸਾਹਟ ਦੀ ਬੜੀ ਸਖਤ ਲੋੜ ਸੀ। ਤੇ ਫਿਰ ਇੱਕ ਹੋਰ ਗਲਤੀ ਹੋ ਗਈ। ਗੱਲਾਂ ਵਿੱਚ ਬੈਦਾਕੌਫ ਨੇ ਕਿਹਾ, 7 ਨਵੰਬਰ ਨੂੰ ਲਾਲ ਚੌਂਕ ਦੀ ਪਰੇਡ ਤੋਂ ਬਾਅਦ ਮਾਸਕੋ ਰੇਡੀਓ ਵਾਲੇ ਜ਼ਰੂਰ ਤੁਹਾਡੇ ਮਗਰ ਪੈ ਜਾਣਗੇ ਆਪਣੇ ਵਿਚਾਰ ਬ੍ਰਾਡਕਾਸਟ ਕਰਨ ਲਈ। ਬੜੀ ਖੁਸ਼ੀ ਦੀ ਗੱਲ ਹੈ, ਕਿਉਂ ਗਿਆਨੀ ਜੀ? ਮੈਂ ਕਿਹਾ, ਹਾਂ ਜ਼ਰੂਰ, ਪਰ ਇਸ ਵੇਲੇ ਲਾਲ ਮਿਰਚ ਮੰਗਾ ਦਿਓ ਥੋੜੀ ਜਿਹੀ। ਵੈਸੇ ਮੈਂ ਹਿੰਦੁਸਤਾਨੋਂ ਨਾਲ ਲਿਆਇਆ ਹਾਂ, ਪਰ ਉਹ ਉੱਪਰ ਕਮਰੇ ਵਿੱਚ ਪਈ ਹੋਈ ਹੈ। ਸਾਰੇ ਹੱਸ ਪਏ ਅਤੇ ਮੈਂ ਵਾਯੂਮੰਡਲ ਨੂੰ ਹੋਰ ਵੀ ਸੁਖਾਲਾ ਬਣਾਉਣ ਲਈ ਕਿਹਾ। ਰੇਡੀਓ ਮਾਸਕੋ ਨਾਲ ਮੇਰੀ ਤਾਂ ਪੁਰਾਣੀ ਦੋਸਤੀ ਹੈ। ਜਦੋਂ ਫਿਲਮ ਡੈਲੀਗੇਸ਼ਨ ਨਾਲ ਆਇਆ ਸਾਂ ਤਾਂ ਇੱਕ ਦਿਨ ਮੈਂ ਅਤੇ ਦੇਵਾਨੰਦ ਖੌਰੇ ਕਿਤਨਾ ਕੁਝ ਰਿਕਾਰਡ ਕਰਦੇ ਗਏ ਸਾਂ। ਗੋਰਕੀ ਦੀਆਂ ਕਹਾਣੀਆਂ, ਪ੍ਰੇਮਚੰਦ ਦੀਆਂ ਕਹਾਣੀਆਂ। ਕੁਝ ਚਿਰ ਬਾਅਦ ਅੱਬਾਸ ਤੇ ਨਰਗਸ ਵੀ ਸਾਡੇ ਨਾਲ ਰਲ ਗਏ ਸਨ ਅਤੇ ਜਿਸ ਸ਼ਾਮ ਅਸੀਂ ਰਵਾਨਾ ਹੋਣਾ ਸੀ, ਇੱਕ ਮੁਹੱਤਰਮਾ ਆਈ ਤੇ ਸਾਡੀਆਂ ਜੇਬਾਂ ਰੁਬਲਾਂ ਦੇ ਥੱਦਿਆਂ ਨਾਲ ਭਰ ਗਈ ਅਤੇ ਅਸੀਂ ਹੈਰਾਨ ਸਾਂ। ਇਸ ਅਣਕਿਆਸੀ ਦੌਲਤ ਦਾ ਕੀ ਕਰੀਏ? ਇਹ ਗੱਲ ਮੈਂ ਬਿਲਕੁਲ ਸਹਿਜ ਸੁਭਾਵਕ ਕਹੀ ਸੀ।
ਤਾਂ ਜੇ ਰੇਡੀਓ ਵਾਲਿਆਂ ਦੀ ਇਸ ਤਰ੍ਹਾਂ ਅਗੇਤਰ ਸਿਫਾਰਿਸ਼ ਕਰਨ ਦੀ ਸੰਗ ਬੈਦਾਲਾ ਨੂੰ ਮਹਿਸੂਸ ਨਾ ਹੋਵੇ। ਦੂਜੇ ਬੰਨੇ ਮੈਂ ਆਪਣੇ ਸਾਥੀਆਂ ਦੀ ਤਸੱਲੀ ਕਰਨਾ ਚਾਹੁੰਦਾ ਸਾਂ ਕਿ ਮਾਸਕੋ ਰੇਡੀਓ ਕੋਈ ਡਰਨ ਵਾਲੀ ਥਾਂ ਨਹੀਂ। ਕਿਤੇ ਐ ਨਾ ਸੋਚ ਬਹਿਣ ਕਿ ਉਹਨਾਂ ਤੋਂ ਕਮਿਊਨਿਜ਼ਮ ਦਾ ਪ੍ਰੋਪੇਗੈਂਡਾ ਕਰਾਇਆ ਜਾਏਗਾ। ਪਰ ਗਲੋਫੇਬ ਦੀ ਦੇਸ਼ ਭਗਤੀ ਨੇ ਫੇਰ ਧੌਣ ਉੱਚੀ ਕਰ ਲਈ। ਠੀਕ ਤਾਂ ਹੈ, ਸੋਵੀਅਤ ਦੇਸ਼ ਵਿੱਚ ਕਿਸੇ ਤੋਂ ਮੁਫਤ ਮਿਹਨਤ ਨਹੀਂ ਕਰਾਈ ਜਾਂਦੀ। ਮੇਰੇ ਉੱਪਰ ਜਿਵੇਂ ਘੜੇ ਪਾਣੀ ਫਿਰ ਗਿਆ। ਕਿਸੇ ਤੋਂ ਗੁੱਝੀ ਹੋਈ ਗੱਲ ਨਹੀਂ ਸੀ ਕਿ ਅਸੀਂ ਆਪਣੇ ਦੇਸ਼ ਦੇ ਕਾਇਦੇ ਅਨੁਸਾਰ ਸਿਰਫ 75 ਰੁਪਏ ਜੇਬ ਵਿੱਚ ਪਾ ਕੇ ਘਰੋਂ ਨਿਕਲੇ ਸਾਂ। ਇਸ ਹਾਲਤ ਵਿੱਚ ਮੇਰੀ ਗੱਲ ਦਾ ਇਹ ਮਤਲਬ ਵੀ ਕੱਢਿਆ ਜਾ ਸਕਦਾ ਹੈ ਕਿ ਅਸੀਂ ਆਪਣੇ ਆਰਥਿਕ ਹਾਲਤ ਸੁਧਾਰਨ ਦੇ ਮੌਕਿਆਂ ਦੀ ਤਾੜ ਵਿੱਚ ਹਾਂ। ਭਾਵੇਂ ਮੇਰਾ ਇਹ ਆਸ਼ਾ ਬਿਲਕੁਲ ਨਹੀਂ ਸੀ, ਪਰ ਮੈਂ ਗਲੋਫੇਬ ਨੂੰ ਗਲਤ ਸਮਝਣ ਦਾ ਮੌਕਾ ਹੀ ਕਿਉਂ ਦਿੱਤਾ। ਡਿਨਰ ਤੋਂ ਰੁਖਸਤ ਹੁੰਦਿਆਂ ਗਿਆਨੀ ਜੀ ਨੇ ਗਲੋਫੇਬ ਤੋਂ ਪੁੱਛਿਆ ਕਿ ਭਾਰਤੀ ਰਾਜਦੂਤ ਦਾ ਟੈਲੀਫੋਨ ਨੰਬਰ ਮਿਲਿਆ ਕਿ ਨਹੀਂ। ਉਹਨੇ ਫਿਰ ਗੋਲਮੋਲ ਜਵਾਬ ਦਿੱਤਾ। ਦਿਲ ਹੋਰ ਖਿਜਿਆ। ਭਲਾ ਗਿਆਨੀ ਜੀ ਨੂੰ ਆਉਂਦਿਆਂ ਸਾਰ ਭਾਰਤੀ ਰਾਜਦੂਤ ਦੀ ਇਤਨੀ ਕੀ ਤੰਗ ਪੈ ਗਈ ਸੀ ਕਿ ਉਹ ਆਪਣੀ ਉਚੇਰੀ ਹੈਸੀਅਤ ਦਾ ਸਿੱਕਾ ਬਿਠਾਉਣਾ ਚਾਹੁੰਦੇ ਹਨ। ਪਰ ਦੂਜੇ ਪਾਸੇ ਮਹਿਮਾਨ ਦੀ ਇਤਨੀ ਜਿਹੀ ਫਰਮਾਇਸ਼ ਪੂਰੀ ਕਰਨ ਵਿੱਚ ਗਲੋਫੇਬ ਦਾ ਕੀ ਵਿਗੜ ਜਾਂਦਾ ਸੀ। ਬਿਸਤਰੇ ਵਿੱਚ ਲੇਟ ਕੇ ਕਾਫੀ ਚਿਰ ਪਲਸੇਟੇ ਮਾਰਦਾ ਰਿਹਾ। ਨੀਂਦਰ ਨਾ ਆਈ। ਡਾਢਾ ਫਸਿਆ ਲੀਡਰ ਬਣ ਕੇ। ਹੋ ਸਕਦਾ ਹੈ ਗਿਆਨੀ ਜੀ ਨੇ ਮਜਬੂਰ ਹੋ ਕੇ ਮੈਨੂੰ ਲੀਡਰ ਤਸਲੀਮ ਕੀਤਾ ਹੈ ਅਤੇ ਹੁਣ ਆਪਣੀਆਂ ਆਪ ਖੁਦਰੀਆਂ ਹਰਕਤਾਂ ਨਾਲ ਮੇਰਾ ਵਕਾਰ ਖਤਮ ਕਰਨਾ ਚਾਹੁੰਦੇ ਹਨ। ਕਿ ਗੋਪਾਲਨ ਤੇ ਦੀਦੀ ਨੇ ਰਲ ਕੇ ਫੇਰ ਤਾਂ ਨਹੀਂ ਮੈਨੂੰ ਵਿਖਾਲੇ ਦਾ ਆਗੂ ਬਣਾ ਦਿੱਤਾ, ਜਿਵੇਂ ਪੋਲੈਂਡ ਦੇ ਯੁਵਕ ਮੇਲੇ ਵੇਲੇ ਬਣਿਆ ਸਾਂ। ਇੱਕ ਵਾਰੀ ਜੋ ਗਲਤੀ ਕਰ ਚੁੱਕਿਆ ਸਾਂ ਉਹੀ ਦੁਬਾਰਾ ਫੇਰ ਕਿਉਂ ਕੀਤੀ। ਕੀ ਸਵੇਰੇ ਉੱਠਦਿਆਂ ਸਾਰ ਸਾਥੀਆਂ ਅੱਗੇ ਆਪਣਾ ਅਸਤੀਫਾ ਪੇਸ਼ ਕਰ ਦੇਣਾ ਠੀਕ ਨਹੀਂ ਹੋਵੇਗਾ। ਪਰ ਫਿਰ ਜਿਵੇਂ ਸ਼ਬਨਮ ਦੂਰੋਂ ਮੈਨੂੰ ਆਵਾਜ਼ ਦੇ ਕੇ ਕਹਿ ਰਹੀ ਹੋਵੇ, ਰਿਲੈਕਸ ਡੈਡੀ ਰਿਲੈਕਸ, ਅਤੇ ਮੈਂ ਸੋ ਗਿਆ। ਪਰ ਅੱਧੀ ਰਾਤ ਫਿਰ ਹੜਬੜਾ ਕੇ ਉੱਠ ਬੈਠਾ। ਬਿਸਤਰਾ ਇੰਜ ਹੋਇਆ ਪਿਆ ਸੀ ਜਿਵੇਂ ਠੰਡੇ ਪਾਣੀ ਦਾ ਲਬਾਲਬ ਭਰਿਆ ਟੱਬ। ਇਹ ਕੀ ਹੋਇਆ? ਸਰਦੀ ਕਾਰਨ ਪਿਸ਼ਾਬ ਵੀ ਸਖਤ ਆਇਆ ਹੋਇਆ ਸੀ। ਦੌੜਿਆ ਬਾਥਰੂਮ ਵੱਲ, ਜੋ ਕਮਰੇ ਦੇ ਪ੍ਰਵੇਸ਼ ਦੁਆਰ ਕੋਲ ਨਿੱਕੇ ਜਿਹੇ ਲਾਂਘੇ ਵਿੱਚ ਬਣਿਆ ਹੋਇਆ ਸੀ। ਜਿਉਂ ਹੀ ਇਸ ਦੇ ਦਰਵਾਜ਼ੇ ਕੋਲ ਪੁੱਜਿਆ, ਹਨੇਰੇ ਵਿੱਚ ਅੰਦਰੋਂ ਮੇਰੇ ਵਰਗਾ ਹੀ ਸਲੀਪਿੰਗ ਸੂਟ ਪਾਈ ਇੱਕ ਆਦਮੀ ਤੇਜ਼ੀ ਨਾਲ ਬਾਹਰ ਆਉਂਦਾ ਦਿਸਿਆ। ਡਰ ਮਾਰਿਆ ਮੇਰੀ ਚੀਕ ਨਿਕਲ ਗਈ ਅਤੇ ਬਿਨਾਂ ਸੋਚੇ ਸਮਝੇ ਮੈਂ ਉਹਨੂੰ ਫੜਨ ਦੀ ਕੀਤੀ। ਉੱਤੋਂ ਪਤਾ ਲੱਗਿਆ ਕਿ ਸਾਰੀ ਕਰਾਮਾਤ ਦਰਅਸਲ ਬਾਥਰੂਮ ਦੇ ਦਰਵਾਜ਼ੇ ਵਿੱਚ ਮੜੇ ਹੋਏ ਆਦਮਕਦ ਸ਼ੀਸ਼ੇ ਦੀ ਸੀ। ਹੋਸ਼ ਟਿਕਾਣੇ ਆਈ ਤਾਂ ਬੂਹਾ ਖੋਲ ਕੇ ਅੰਦਰ ਵੜਿਆ। ਯਾਦ ਆਇਆ 7 ਸਾਲ ਪਹਿਲਾਂ ਵੀ ਜਦੋਂ ਇਸ ਹੋਟਲ ਵਿੱਚ ਠਹਿਰਿਆ ਸਾਂ ਇਹੀ ਵਾਰਦਾਤ ਹੋਈ ਸੀ। ਉਸ ਸਿਆਣੇ ਨੂੰ ਦਾਤ ਦਿੱਤੀ ਜਿਸ ਨੇ ਯੂਕਰਾਈਨਾ ਹੋਟਲ ਦੇ ਹਰ ਬਾਥਰੂਮ ਦੇ ਦਰਵਾਜ਼ੇ ਉੱਪਰ ਫੁੱਲ ਸਾਈਜ਼ ਸ਼ੀਸ਼ੇ ਮੜ ਦਿੱਤੇ ਹਨ। ਇਸ ਦੇ 2,500-3 ਹਜ਼ਾਰ ਕਮਰਿਆਂ ਵਿੱਚੋਂ ਖੌਰੇ ਰੋਜ਼ ਰਾਤੀ ਕਿਤਨੀਆਂ ਚੀਕਾਂ ਨਿਕਲਦੀਆਂ ਹੋਣਗੀਆਂ। ਫਿਰ ਆਪਣੇ ਸਰੀਰ ਵੱਲ ਧਿਆਨ ਗਿਆ ਜੋ ਬਾਥਰੂਮ ਅੰਦਰ ਨਿੱਘਾ ਮਹਿਸੂਸ ਕਰਨ ਲੱਗ ਪਿਆ ਸੀ। ਸੈਂਟਰਲ ਹੀਟਿੰਗ ਦੇ ਪਾਈਪਾਂ ਨੂੰ ਹੱਥ ਲਾਇਆ, ਖੂਬ ਗਰਮ ਸਨ। ਫਿਰ ਮੇਰਾ ਬਿਸਤਰਾ ਕਿਉਂ ਠੰਡਾ ਯੱਕ ਹੋ ਗਿਆ ਸੀ? ਅਵශ්य ਕੋਈ ਬਾਰੀ ਖੁੱਲੀ ਰਹਿ ਗਈ ਹੋਵੇਗੀ। ਬਾਹਰ ਆ ਕੇ ਬੱਤੀ ਜਗਾਈ। ਦੋਹਰੇ ਤਾਂਕਾਂ ਵਾਲੀ ਵੱਡੀਆਂ ਵੱਡੀਆਂ ਬਾਰੀਆਂ ਦੇ ਉੱਪਰ ਵਾਰ ਛੋਟੇ ਛੋਟੇ ਸ਼ੀਸ਼ਿਆਂ ਵਾਲੇ ਰੋਸ਼ਨਦਾਨ ਵੀ ਸਨ। ਸ਼ਾਮੀ ਕਮਰਾ ਸਾਫ਼ ਕਰਨ ਆਈ ਕਰਮਚਾਰਨ ਇਹਨਾਂ ਵਿੱਚੋਂ ਇੱਕ ਖੁੱਲਾ ਛੱਡ ਗਈ ਸੀ ਗਲਤੀ ਨਾਲ। ਕੁਰਸੀ ਉੱਪਰ ਖਲੋ ਕੇ ਸਟੇਜ ਦੇ ਪ੍ਰੋਂਪਟਰ ਵਾਂਗ ਖੌਰੇ ਕਿਤਨੀਆਂ ਰੱਸੀਆਂ ਵਾਰੋ ਵਾਰੀ ਖਿੱਚੀਆਂ ਤਾਂ ਜਾ ਕੇ ਇਸ ਨਾਟਕ ਦਾ ਵੀ ਡ੍ਰੌਪ ਸੀਨ ਵੇਖਿਆ। ਪਰ ਠੰਡੇ ਬਿਸਤਰੇ ਵਿੱਚ ਦੁਬਾਰਾ ਵੜਦਿਆਂ ਡਰ ਲੱਗਦਾ ਸੀ। ਪਤਲੂਨ ਕੋਟ ਪਾਇਆ ਆਪਣੇ ਸਲੀਪਿੰਗ ਸੂਟ ਉੱਪਰ, ਫਿਰ ਕੁਝ ਹਿੰਮਤ ਹੋਈ। ਹੌਲੀ ਹੌਲੀ ਬਿਸਤਰਾ ਵੀ ਤੇ ਕਮਰਾ ਵੀ ਦੋਵੇਂ ਨਿੱਘੇ ਹੋ ਗਏ। ਇਸ ਪਲ ਵੱਧਦੇ ਨਿੱਘ ਦਾ ਸਵਾਦ ਮਾਣਦਾ ਫੇਰ ਸੌ ਗਿਆ। ਸੁੱਤਿਆਂ ਸੁੱਤਿਆਂ ਸੁਪਨਾ ਆਇਆ ਕਿ ਲਾਲ ਚੌਂਕ ਵਿੱਚ ਇਨਕਲਾਬ ਦਿਵਸ ਦੀ ਪਰੇਡ ਸ਼ੁਰੂ ਹੋ ਗਈ ਹੈ। ਬੈਂਡ ਵੱਜ ਰਹੇ ਹਨ, ਜਲੂਸ ਨਿਕਲ ਰਹੇ ਹਨ, ਪਰ ਕਿਸੇ ਗਲਤੀ ਕਾਰਨ ਸਾਡਾ ਡੈਲੀਗੇਸ਼ਨ ਉੱਥੇ ਨਹੀਂ ਅੱਪੜ ਸਕਿਆ। ਜੇ ਇਹ ਪਰੇਡ ਕੁੱਸ ਗਈ ਤਾਂ ਫਿਰ ਇੱਥੇ ਆਉਣ ਦਾ ਫਾਇਦਾ ਹੀ ਕੀ? ਹੜਬੜਾ ਕੇ ਫਿਰ ਉੱਠ ਬੈਠਾ। ਉਸੇ ਤਰ੍ਹਾਂ ਕੂਕ ਰਾਤ, ਪਰ ਬੈਂਡ ਅਜੇ ਵੀ ਜ਼ੋਰ ਸ਼ੋਰ ਨਾਲ ਵੱਜ ਰਹੇ ਸਨ। ਪਰ ਜਦ ਸੁਪਨਾ ਖਤਮ ਹੋ ਚੁੱਕਾ ਸੀ ਅਤੇ ਮੈਂ ਬਿਸਤਰੇ ਵਿੱਚ ਉੱਠ ਕੇ ਬੈਠਾ ਹੋਇਆ ਸਾਂ ਤਾਂ ਫਿਰ ਇਹ ਬੈਂਡ ਦੀ ਆਵਾਜ਼ ਕਿਉਂ ਹਾਲੇ ਵੀ ਆ ਰਹੀ ਸੀ? ਅੱਜ ਤਾਂ ਸਿਰਫ 4 ਨਵੰਬਰ ਹੈ, ਪਰੇਡ ਤਾਂ 7 ਨੂੰ ਹੈ। ਦੌੜ ਕੇ ਬਾਰੀਆਂ ਕੋਲ ਗਿਆ, ਫਿਰ ਅਣਗਿਣਤ ਰੱਸੀਆਂ ਖਿੱਚ ਕੇ ਪਰਦੇ ਖੋਲੇ। ਦੂਰ ਹੇਠਾਂ ਹੋਟਲ ਦਾ ਬਰਫ਼ ਨਾਲ ਚਿੱਟਾ ਹੋਇਆ ਵਿਹੜਾ,
ਉਸ ਉੱਪਰ ਪੈਰ ਮਾਰਦੀ ਇੱਕ ਕਰਮਚਾਰਨ ਜਾਂ ਹੋਟਲ ਦੇ ਅੰਦਰ ਆ ਰਹੀ ਸੀ ਜਾਂ ਡਿਊਟੀ ਖਤਮ ਕਰਕੇ ਬਾਹਰ ਜਾ ਰਹੀ ਸੀ। ਸੜਕਾਂ ਇੱਥੋਂ ਨਹੀਂ ਸਨ ਦਿਸਦੀਆਂ, ਪਰ ਫਿਰ ਵੀ ਇਸ ਹਨੇਰੇ ਕੂਪ ਵਿੱਚ ਜਲੂਸ ਕੌਣ ਕੱਢ ਸਕਦਾ ਹੈ। ਪਰ ਬੈਂਡ ਹੁਣ ਹੋਰ ਵੀ ਉੱਚਾ ਹੋ ਗਿਆ ਸੀ। ਕਾਫੀ ਚਿਰ ਪਰੇਸ਼ਾਨ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਕਰਮਚਾਰਨ ਭਲੀਮਾਨਸ ਕੇਵਲ ਰੋਸ਼ਨਦਾਨ ਹੀ ਨਹੀਂ ਖੁੱਲ੍ਹਾ ਛੱਡ ਕੇ ਗਈ, ਰੇਡੀਓ ਵੀ ਚੱਲਦਾ ਛੋੜ ਗਈ ਸੀ। ਰਾਤੀ ਜਦੋਂ ਮੈਂ ਕਮਰੇ ਵਿੱਚ ਆਇਆ, ਪ੍ਰੋਗਰਾਮ ਬੰਦ ਹੋ ਚੁੱਕਾ ਸੀ ਅਤੇ ਹੁਣ ਸਵੇਰੇ ਤੜਕਸਾਰ ਇੱਕ ਤਗੜੇ ਫੌਜੀ ਬੈਂਡ ਨਾਲ ਮੁੜ ਆਰੰਭ ਕੀਤਾ ਗਿਆ ਸੀ। ਕਿਉਂ ਨਾ ਹੋਵੇ, ਇਨਕਲਾਬ ਦਿਵਸ ਜੋ ਨੇੜੇ ਸੀ। ਘੜੀ ਵੱਲ ਵੇਖਿਆ, 9:15 ਵੱਜੇ ਹੋਏ ਸਨ। ਇਹ ਅੱਜ ਹੋ ਕੀ ਰਿਹਾ ਹੈ? ਕਿਤੇ ਮੇਰਾ ਦਿਮਾਗ ਤਾਂ ਹਾਂ, ਪਰ ਇਹ ਤਾਂ ਹਿੰਦੁਸਤਾਨੀ ਵਕਤ ਸੀ। ਸ਼ਬਨਮ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਬੜੇ ਗੁੱਸੇ ਨਾਲ ਮੈਂ ਘੜੀ ਦੀਆਂ ਸੂਈਆਂ 2.5 ਘੰਟੇ ਪਿੱਛੇ ਕੀਤੀਆਂ ਤੇ ਫਿਰ ਜਾ ਵੜਿਆ ਬਿਸਤਰੇ ਵਿੱਚ।